Good morning, students. Welcome to my YouTube channel. In this session, I am going to discuss about to the economic part. This is the first part of this second chapter. Name of chapter is Consumer Equilibrium and Demand. ਇਹ ਜਿਹੜਾ ਚੈਪਟਰ ਹੈ ਬੇਸਡ ਹੁੰਦਾ ਵਾ ਸਾਡੇ ਉੱਤੇ ਵੀ ਅਸੀਂ ਇੱਕ ਕੰਜ਼ਿਊਮਰ ਆ ਤਾਂ ਸਾਡਾ ਇਕੁਇਲਮ ਕੀ ਹੋਏਗਾ। ਇਕੁਇਲਮ ਦਾ ਮਤਲਬ ਕੀ ਹੁੰਦਾ ਵੀ ਜਿੱਥੇ ਸਾਡਾ ਪ੍ਰਾਈਸ ਤੇ ਸਾਡੀ ਜਿਹੜਾ ਮਿਲਣ ਵਾਲੀ ਸੈਟੀਸਫੈਕਸ਼ਨ ਜਿੱਥੇ ਬਰਾਬਰ ਹੋ ਜਾਂਦੀ ਆ ਤਾਂ ਉਹਨੂੰ ਅਸੀਂ ਕਹਿੰਦੇ ਆ ਕੰਜ਼ਿਊਮਰ ਇਕੁਇਲਮ ਕਹਿੰਦੇ ਆ। ਡਿਮਾਂਡ ਜਿਹੜੀ ਚੀਜ਼ ਤੁਸੀਂ ਕਰਦੇ ਹੋ, ਠੀਕ ਹੈ। ਸਟਾਰਟ ਕਰਦੇ ਹਾਂ। ਫਸਟ ਹੈਗਾ ਵਾ ਮੀਨਿੰਗ ਆਫ ਟੂ ਦੀ ਆ ਯੂਟਿਲਿਟੀ। ਯੂਟਿਲਿਟੀ ਕੀ ਹੁੰਦੀ ਆ? ਯੂਟਿਲਿਟੀ ਹੁੰਦੀ ਆ ਸੈਟੀਸਫੈਕਸ਼ਨ। ਕਿਸੇ ਪਰਸਨ ਨੂੰ ਕੋਈ ਚੀਜ਼ ਕੰਜ਼ਿਊਮ ਕਰਦਾ ਵਾ ਤਾਂ ਜਿਹੜੀ ਉਹ ਤੋਂ ਮਿਲਣ ਵਾਲੀ ਸੈਟੀਸਫੈਕਸ਼ਨ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਯੂਟਿਲਿਟੀ ਕਹਿੰਦੇ ਆ। ਫੋਰ ਐਗਜ਼ਾਮਪਲ ਵੀ ਮੈਂ ਕਿਸੇ ਸ਼ਾਪ ਦੇ ਉੱਤੇ ਗਿਆ ਤੇ ਮੈਂ ਉੱਥੋਂ ਕੋਈ ਚੀਜ਼ ਖਰੀਦੀ ਤੇ ਉਹਦੇ ਬਦਲੇ ਉਹਨੂੰ ਕੀ ਦਿੱਤਾ? ਪੈਸਾ ਦਿੱਤਾ। ਜੇਕਰ ਮੈਂ ਉਸ ਜਿੰਨੇ ਉਹਨੂੰ ਪੈਸੇ ਦਿੱਤੇ ਤੇ ਮੈਨੂੰ ਜਿਹੜੀ ਉਹ ਚੀਜ਼ ਦੀ ਕੁਆਂਟੀਟੀ ਆ ਜਾਂ ਕੁਆਲਿਟੀ ਆ ਉਹ ਤੇ ਸਰਟੀਫਾਈ ਹੈਗਾ ਵਾ ਤਾਂ ਮੇਰੀ ਯੂਟਿਲਿਟੀ ਕੀ ਹੋਏਗੀ? ਤਾਂ ਉਹ ਮੇਰੀ ਇੱਕ ਮੈਂ ਉਸ ਚੀਜ਼ ਤੋਂ ਸਰਟੀਫਾਈ ਹੋ ਗਿਆ ਤਾਂ ਉਹ ਮੇਰੀ ਕੀ ਬਣ ਗਈ? ਯੂਟਿਲਿਟੀ ਬਣ ਗਈ। ਯੂਟਿਲਿਟੀ ਦਾ ਮਤਲਬ ਕੀ ਹੁੰਦਾ? ਇਟ ਇਜ਼ ਦੀ ਮੈਜਰ ਆਫ ਟੂ ਦੀ ਸੈਟੀਸਫੈਕਸ਼ਨ ਐਂਡ ਅ ਇੰਡੀਵਿਜੂਅਲ ਗੈਟਿੰਗ ਫਰੋਮ ਟੂ ਦੀ ਕੰਜ਼ੰਪਸ਼ਨ ਆਫ ਟੂ ਦੀ ਕੁਆਂਟੀਟੀਜ਼। ਇਨ ਦੀ ਅਦਰ ਵਰਡਸ ਇਟ ਇਜ਼ ਦੀ consume is the measurement of to the usefulness that the consumer obtain from any goods. A utility is the measure of to the how much one enjoy a movie, favorite foods and other goods. ਕਹਿੰਦੇ ਯੂਟਿਲਿਟੀ ਕੀ ਹੁੰਦੀ ਹੈ? ਇੱਕ ਸੈਟੀਸਫੈਕਸ਼ਨ ਹੁੰਦੀ ਹੈ ਜਦੋਂ ਅਸੀਂ ਕੋਈ ਵੀ ਚੀਜ਼ ਨੂੰ ਕੰਜ਼ਿਊਮ ਕਰਦੇ ਹਾਂ ਤਾਂ ਉਹ ਤੋਂ ਮਿਲਣ ਵਾਲੀ ਜਿੰਨੀ ਵੀ ਤੁਸੀਂ ਉਹ ਤੋਂ ਸੰਤੁਸ਼ਟੀ ਮਿਲਦੀ ਆ ਤਾਂ ਉਹ ਸਾਡੀ ਯੂਟਿਲਿਟੀ ਬਣ ਜਾਂਦੀ ਆ। ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਯਾਦ ਰੱਖਣੀ ਆ ਵੀ ਜਿਹੜੀ ਸਾਡੀ ਯੂਟਿਲਿਟੀ ਆ ਉਹ ਵੇਰੀ ਕਰਦੀ ਹੈ, ਯਾਨੀ ਕਿ ਪਰਸਨ ਟੂ ਪਰਸਨ ਵੇਰੀ ਕਰਦੀ ਆ। ਮੇਰੀ ਯੂਟਿਲਿਟੀ ਕੀ ਆ ਕਿਸੇ ਹੋਰ ਚੀਜ਼ ਨਾਲ ਹੋ ਸਕਦੀ ਹੈ, ਤੁਹਾਡੀ ਯੂਟਿਲਿਟੀ ਕਿਸੇ ਹੋਰ ਚੀਜ਼ ਨਾਲ ਹੋ ਸਕਦੀ ਆ। ਤਾਂ ਇਹ ਡਿਪੈਂਡ ਕਰਦੀ ਹੈ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਕੀ ਪਤਾ ਮੈਨੂੰ ਨਾ ਪਸੰਦ ਹੋਵੇ। ਤਾਂ ਇਸ ਤਰੀਕੇ ਨਾਲ ਇਹ ਯੂਟਿਲਿਟੀ ਵੇਰੀ ਕਰਦੀ ਹੈ। ਬੜਾ ਈਜ਼ੀ ਚੈਪਟਰ ਹੈ ਇਹ, ਸਾਡਾ ਪ੍ਰੈਕਟੀਕਲ ਲਾਈਫ ਦੇ ਨਾਲ ਡੀਲ ਕਰਦਾ ਵਾ। ਬਸ ਅਸੀਂ ਇਹਦੇ ਵਿੱਚ ਥੋੜ੍ਹੀਆਂ ਟੈਕਨੀਕਲ ਟਰਮਸ ਯੂਜ਼ ਕਰਦੇ ਹਾਂ। ਸੈਟਿਸਫੈਕਸ਼ਨ ਅਸੀਂ ਹਰੇਕ ਬੰਦਾ ਜਿਹੜੀ ਵੀ ਚੀਜ਼ ਖਰੀਦਦਾ ਵਾ ਉਹ ਹਮੇਸ਼ਾ ਸੈਟਿਸਫੈਕਸ਼ਨ ਦੇ ਉੱਤੇ ਹੀ ਖਰੀਦਦਾ ਵਾ। ਤਾਂ ਇਸ ਚੀਜ਼ ਨੂੰ ਯੂਜ਼ ਕਰਨ ਦੇ ਲਈ ਅਸੀਂ ਇਕਨੋਮਿਕ ਦੇ ਵਿੱਚ ਇੱਕ ਨੇਮ ਦੇ ਦਿੱਤਾ ਉਹਨੂੰ ਯੂਟਿਲਿਟੀ। ਇਹ ਯਾਦ ਰੱਖਣਾ ਤੁਸੀਂ। ਜਿਵੇਂ ਕਿ ਆ ਯੂਟਿਲਿਟੀ ਦਿਖਾਈ ਗਈ ਆ, ਵਾਟਰ ਯੂਟਿਲਿਟੀ ਦਿਖਾਈ ਗਈ ਆ ਵੀ ਵਾਟਰ ਕੀ ਆ ਸਾਡੇ ਲਈ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ। ਤਾਂ ਇਹਦੇ ਵਿੱਚ ਦੱਸਿਆ ਜਿਵੇਂ ਵਾਟਰ ਟਰੀਟਮੈਂਟ ਕੀ ਆ, ਵਾਟਰ ਜਿਹੜਾ ਖਰਾਬ ਹੋ ਜਾਂਦਾ ਉਹਨੂੰ ਰੀਟਰਾਂਸਲੇਟ ਯਾਨੀ ਕਿ ਕੀ ਆ ਵੀ ਜਿਵੇਂ ਅਸੀਂ ਸੀਵਰੇਜ ਦੇ ਥਰੂ ਉਹਨੂੰ ਪਿਊਰੀਫਾਈ ਕੀਤਾ ਜਾਂਦਾ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਡਿਸਟਰੀਬਿਊਸ਼ਨ ਵਧੀਆ ਢੰਗ ਨਾਲ ਹੋਣੀ ਚਾਹੀਦੀ ਆ। ਵਾਟਰ ਵੇਸਟੇਜ ਨੂੰ ਘਟਾਉਣਾ ਚਾਹੀਦਾ ਵਾ। ਜਿਹੜਾ ਸਟਰੋਮ ਵਾਟਰ ਆਉਂਦਾ ਯਾਨੀ ਕਿ ਮੀਂਹ ਦਾ ਪਾਣੀ ਆ ਉਹਨੂੰ ਰੋਕਣਾ ਚਾਹੀਦਾ ਵਾ, ਕਲੈਕਸ਼ਨ ਕਰਨੀ ਚਾਹੀਦੀ ਆ ਕਿਉਂਕਿ ਪਾਣੀ ਸਾਡੇ ਲਈ ਇੱਕ ਅਮੁੱਲੇ ਦਾਤ ਆ ਕੁਦਰਤ ਦੁਆਰਾ। ਤਾਂ ਇਟਸ ਪ੍ਰੀਸ਼ੀਅਸ ਥਿੰਗਸ ਫॉर ਅਸ। ਸੋ ਇਹ ਚੀਜ਼ ਬਹੁਤ ਜ਼ਰੂਰੀ ਆ। ਤਾਂ ਇਹ ਤੋਂ ਸਾਨੂੰ ਯੂਟਿਲਿਟੀ ਮਿਲਦੀ ਹੈ ਕਿਉਂਕਿ ਇਹ ਸਾਡੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਆਈ ਹੋਪ ਤੁਹਾਨੂੰ ਇਹ ਐਗਜ਼ਾਮਪਲ ਸਮਝ ਆਈ ਹੋਵੇਗੀ। ਨੈਕਸਟ ਹੈਗਾ ਮਾਰਜਨਲ ਯੂਟਿਲਿਟੀ। ਮਾਰਜਨਲ ਯੂਟਿਲਿਟੀ ਕੀ ਹੁੰਦੀ ਹੈ? ਜਿਵੇਂ ਜਿਵੇਂ ਤੁਸੀਂ ਕੋਈ ਚੀਜ਼ ਖਾਂਦੇ ਰਹਿੰਦੇ ਹੋ ਜਾਂ ਕੋਈ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਉਹਦੀ ਕੰਜ਼ੰਪਸ਼ਨ ਵਧਾਈ ਜਾਂਦੇ ਹੋ ਤਾਂ ਉਹਦੀ ਕੰਜ਼ੰਪਸ਼ਨ ਵਧਾਉਣ ਦੇ ਨਾਲ ਕੀ ਹੁੰਦਾ ਵੀ ਜਿਹੜੀ ਤੁਹਾਡੀ ਟੋਟਲ ਯੂਟਿਲਿਟੀ ਹੁੰਦੀ ਆ, ਟੋਟਲ ਯੂਟਿਲਿਟੀ ਦਾ ਮਤਲਬ ਵੀ ਜਿਹੜੀ ਤੁਹਾਡੀ ਟੋਟਲ ਸੈਟਿਸਫੈਕਸ਼ਨ ਹੁੰਦੀ ਆ ਉਹ ਵਧਣੀ ਤਾਂ ਜ਼ਰੂਰ ਹੁੰਦੀ ਆ ਬਟ ਕੀ ਹੁੰਦਾ ਵਾ ਜਿਹੜੀ ਅਸਲ ਦੇ ਵਿੱਚ ਹੁੰਦੀ ਹੈ ਤਾਂ ਜੇਕਰ ਤੁਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਖਾਈ ਜਾਓਗੇ ਤਾਂ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਫੋਰ ਐਗਜ਼ਾਮਪਲ ਵੀ ਮੈਨੂੰ ਕੀ ਆ ਇੱਕ ਪੀਜ਼ਾ ਜਾਂ ਬਰਗਰ ਖਾਣਾ ਵਧੀਆ ਲੱਗਦਾ। ਮੰਨ ਲਓ ਵੀ ਮੈਨੂੰ ਪੀਜ਼ਾ ਖਾਣਾ ਵਧੀਆ ਲੱਗਦਾ ਤਾਂ ਮੈਂ ਜਦੋਂ ਫਸਟ ਉਹਦਾ ਫਸਟ ਆਰਡਰ ਦਊਂਗਾ ਅਤੇ ਫਸਟ ਪੀਜ਼ਾ ਖਾਊਂਗਾ ਤਾਂ ਮੈਨੂੰ ਸੈਟਿਸਫੈਕਸ਼ਨ ਮੈਂ ਕਹੂੰਗਾ ਵੀ ਹਾਂ ਵੀ ਮੈਂ 300 ਰੁਪਏ ਦਿੱਤੇ ਤਾਂ ਮੈਨੂੰ ਕੀ ਹੈ 400 ਜਿਹੋ ਜਿਹੀ ਸੈਟਿਸਫੈਕਸ਼ਨ ਆ ਗਈ ਕਿਉਂਕਿ ਮੇਰਾ ਢਿੱਡ ਭਰ ਗਿਆ, ਮੈਨੂੰ ਬਹੁਤ ਵਧੀਆ ਲੱਗਿਆ। ਠੀਕ ਹੈ ਜੀ। ਤਾਂ ਇਸ ਸਮੇਂ ਸਾਡੀ ਜਿਹੜੀ ਟੋਟਲ ਯੂਟਿਲਿਟੀ ਉਹ ਇਨਕਰੀਜ਼ ਕਰੇਗੀ ਅਤੇ ਸਾਡਾ ਜਿਹੜਾ ਪ੍ਰਾਈਸ ਆ ਉਹ ਘੱਟ ਹੋਏਗਾ ਤਾਂ ਕਰਕੇ ਮੈਨੂੰ ਇਹ ਚੀਜ਼ ਵਧੀਆ ਲੱਗੀ। ਤਾਂ ਮੈਂ ਜੋ ਮੈਨੂੰ ਕੋਈ ਹੋਰ ਫੋਰਸ ਕਰੇਗਾ ਤਾਂ ਮੈਂ ਇੱਕ ਹੋਰ ਖਾਊਂਗਾ। ਜੇ ਮੈਂ ਇੱਕ ਹੋਰ ਖਾਧਾ ਤਾਂ ਮੇਰੀ ਜਿਹੜੀ ਉਹਦੀ ਸੈਟਿਸਫੈਕਸ਼ਨ ਆ ਜਿਹੜੀ ਉਹ ਤੋਂ ਸੈਟਿਸਫੈਕਸ਼ਨ ਆ ਪਹਿਲੇ ਨਾਲੋਂ ਘੱਟ ਜਾਏਗੀ। ਕਿਉਂ ਘੱਟ ਜਾਏਗੀ? ਕਿਉਂਕਿ ਹੁਣ ਮੈਨੂੰ ਉਸ ਚੀਜ਼ ਦੀ ਜ਼ਰੂਰਤ ਨਹੀਂ ਸੀ, ਮੈਂ ਉਸ ਲਈ ਪੈਸ਼ਨੇਟ ਸੀਗਾ। ਬਸ ਮੈਂ ਇੱਕ ਕੰਪਲਸ਼ਨ ਦੇ ਤੌਰ 'ਤੇ ਖਾ ਲਿਆ। ਜੇਕਰ ਮੈਂ ਥਰਡ ਟਾਈਮ ਫੇਰ ਖਾਊਂਗਾ ਤਾਂ ਉਹਦੀ ਜਿਹੜੀ ਯੂਟਿਲਿਟੀ ਆ ਹੋਰ ਘੱਟ ਜਾਏਗੀ। ਕਿਉਂ ਘੱਟ ਜਾਏਗੀ? ਕਿਉਂਕਿ ਮੇਰੀ ਜਿਹੜੀ ਸੈਟਿਸਫੈਕਸ਼ਨ ਆ ਉਹ ਹੁਣ ਉਹ ਤੋਂ ਘਟਣੀ ਸ਼ੁਰੂ ਹੋ ਗਈ। ਇੱਕ ਟਾਈਮ ਇਹੋ ਜਿਹਾ ਆਏਗਾ ਵੀ ਜਦੋਂ ਮੈਂ ਉਹ ਤੋਂ ਬਿਲਕੁਲ ਅੱਕ ਜਾਵਾਂਗਾ। ਜੇਕਰ ਮੈਨੂੰ ਉਹ ਬਾਰ-ਬਾਰ ਖਵਾਈ ਜਾਣਗੇ ਤਾਂ ਚਾਹੇ ਮੇਰੀ ਜਿੰਨੀ ਮਰਜ਼ੀ ਪਸੰਦੀਦਾ ਚੀਜ਼ ਹੋਵੇ ਤਾਂ ਇੱਕ ਟਾਈਮ ਆਏਗਾ ਜਿਸ ਤੋਂ ਮੈਂ ਉਹ ਅੱਕ ਜਾਵਾਂਗਾ ਤਾਂ ਉਹਦੇ ਨਾਲ ਮੇਰੀ ਜਿਹੜੀ ਯੂਟਿਲਿਟੀ ਹੈ ਟੋਟਲ ਯੂਟਿਲਿਟੀ ਆ ਉਹ ਘਟਣੀ ਸ਼ੁਰੂ ਹੋ ਜਾਏਗੀ। ਤਾਂ ਇਹਦਾ ਇੰਪੈਕਟ ਕਿਹਦੇ ਉੱਤੇ ਪਏਗਾ? ਮਾਰਜਨਲ ਯੂਟਿਲਿਟੀ ਦੇ ਉੱਤੇ ਪਏਗਾ। ਉਹ ਕੀ ਹੋ ਜਾਏਗੀ? ਨੈਗੇਟਿਵ ਹੋ ਜਾਏਗੀ। ਜਿਵੇਂ ਇਹਨਾਂ ਨੇ ਦੱਸਿਆ ਇਹਦੀ ਡੈਫੀਨੇਸ਼ਨ ਜਾਂ ਮਾਰਜਨਲ ਯੂਟਿਲਿਟੀ ਇਜ਼ ਦਾ ਕੁਆਂਟੀਫਾਈ ਦੀ ਐਡੀਸ਼ਨਲ ਸੈਟਿਸਫੈਕਸ਼ਨ that a consumers gainers from to the consuming additional unit of goods and service. The concept of to the marginal utility is used by the economists to determine how much the terms consumer are willing to purchase. ਕਹਿੰਦੇ ਵੀ ਜਿਹੜਾ ਮਾਰਜਨਲ ਯੂਟਿਲਿਟੀ ਕੀ ਹੁੰਦੀ ਆ ਉਹ ਐਡੀਸ਼ਨਲ ਸੈਟਿਸਫੈਕਸ਼ਨ ਦਿੰਦੀ ਹੈ ਕੰਜ਼ਿਊਮਰ ਨੂੰ। ਜੇਕਰ ਉਹ ਐਡੀਸ਼ਨਲ ਯੂਨਿਟ ਨੂੰ ਕੰਜ਼ਿਊਮ ਕਰਦਾ ਵਾ ਤਾਂ ਇਹਦੇ ਨਾਲ ਉਹਦੀ ਜਿਹੜੀ ਮਾਰਜਨਲ ਯੂਟਿਲਿਟੀ ਆ ਉਹ ਕੀ ਆ ਡਿਟਰਮਿਨ ਕੀਤੀ ਜਾ ਸਕਦੀ ਆ ਵੀ ਉਹ ਕਿੰਨਾ ਕੁ ਉਸ ਚੀਜ਼ ਨੂੰ ਖਰੀਦਣ ਦੇ ਲਈ ਇੱਛੁਕ ਆ।
ਪੋਜ਼ਿਟਿਵ ਯੂਟਿਲਿਟੀ ਇਹ ਸ਼ੋ ਕਰਦੀ ਆ ਵੀ ਜਿਹੜੀ ਸਾਡੀ ਕੰਜ਼ੰਪਸ਼ਨ ਆ ਅਸੀਂ ਹੋਰ ਵਧਾ ਸਕਦੇ ਹਾਂ, ਕਿਉਂਕਿ ਸਾਡੀ ਜਿਹੜੀ ਟੋਟਲ ਯੂਟਿਲਿਟੀ ਆ ਉਹ ਇਨਕਰੀਜ਼ ਆ, ਮੈਨੂੰ ਉਹ ਚੀਜ਼ ਹਲੇ ਵੀ ਵਧੀਆ ਲੱਗ ਰਹੀ ਆ ਤਾਂ ਮੈਂ ਉਸ ਚੀਜ਼ ਨੂੰ ਦੁਬਾਰਾ ਫੇਰ ਖਰੀਦ ਸਕਦਾ। ਵਾਈਲ ਜਦੋਂ ਇਹ ਨੈਗੇਟਿਵ ਹੋ ਜਾਂਦੀ ਆ ਤਾਂ ਇਹਦਾ ਮਤਲਬ ਕੀ ਆ, ਮੈਂ ਹੁਣ ਉਹ ਐਡੀਸ਼ਨਲ ਯੂਨਿਟ ਜਿਹੜੀ ਆ ਉਹ ਨਹੀਂ ਖਰੀਦਣਾ ਚਾਹੁੰਦਾ ਤੇ ਮੇਰੀ ਟੋਟਲ ਯੂਟਿਲਿਟੀ ਕੀ ਆ ਘਟਣੀ ਸ਼ੁਰੂ ਹੋ ਜਾਏਗੀ। ਜਿਵੇਂ ਕਿ ਆ ਤੁਹਾਨੂੰ ਇੱਕ ਡਾਇਗਰਾਮ ਦੇ ਥਰੂ ਸਮਝਾਇਆ ਜਾ ਰਿਹਾ। ਡਾਇਗਰਾਮ ਨੂੰ ਐਕਸਪਲੇਨ ਕਰਦੇ ਆ। ਡਾਇਗਰਾਮ ਦੇ ਵਿੱਚ ਫਸਟ ਹੈਗਾ ਵਾ ਜਿਵੇਂ ਵੀ ਤੁਹਾਨੂੰ ਦਿੱਤੀ ਆ ਟੋਟਲ ਯੂਟਿਲਿਟੀ। ਟੋਟਲ ਯੂਟਿਲਿਟੀ ਦਾ ਕਰਵ ਆ ਮਾਰਜਨਲ ਯੂਟਿਲਿਟੀ ਦਾ, ਇਹ ਦੋ ਹੀ ਇੱਕ ਦੂਸਰੇ ਨਾਲ ਇੰਟਰ ਰਿਲੇਟਡ ਨੇ। ਕਿੱਦਾਂ ਨੇ ਉਹ ਦੱਸਾਂਗੇ। ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਆ ਵੀ ਜਿਹੜਾ ਇਹ ਆ ਅਸੀਂ ਕੁਆਂਟੀਟੀ ਆਫ ਚਾਕਲੇਟ ਲਈ ਗਈ ਆ ਵੀ ਚਾਕਲੇਟ ਕਿੰਨੀਆਂ ਖਰੀਦਦੇ ਹੋ, ਵੀ ਜੇਕਰ ਤੁਹਾਨੂੰ ਉਹਦਾ ਇੱਕ ਕੁਆਂਟੀਟੀ ਖਰੀਦੀ ਤਾਂ ਉਹਨੂੰ ਸੈਟੀਸਫੈਕਸ਼ਨ ਤੁਹਾਨੂੰ ਕਿੰਨੀ ਮਿਲੀ 10 ਮਿਲੀ। ਜਦੋਂ ਤੁਸੀਂ ਦੂਜੀ ਖਰੀਦੀ ਤਾਂ ਤੁਹਾਨੂੰ ਕਿੰਨੀ ਮਿਲੀ 15। ਤਾਂ ਮਾਰਜਨਲ ਯੂਟਿਲਿਟੀ ਕੀ ਹੋਏਗੀ 10 ਤੇ 15 ਦੇ ਵਿੱਚ ਜਿਹੜਾ ਫਰਕ ਆਇਆ, ਕਿੰਨਾ ਫਰਕ ਆਇਆ 5 ਦਾ, ਤਾਂ ਤੁਹਾਡੀ ਕੀ ਆ ਮਾਰਜਨਲ ਯੂਟਿਲਿਟੀ ਆ। ਤਾਂ ਪਹਿਲੀ ਜਿਹੜੀ ਹੋਏਗੀ ਉਹ 5 ਤੁਹਾਡੀ ਕੀ ਹੋਏਗੀ ਮਾਰਜਨਲ ਯੂਟਿਲਿਟੀ ਜਿਹੜੀ ਕਿ ਇੱਥੇ ਸ਼ੋ ਹੋਏਗੀ। ਠੀਕ ਹੈ ਜੀ। ਨੈਕਸਟ ਕੀ ਆ, ਜਦੋਂ ਮੈਂ ਤੀਜੀ ਯੂਨਿਟ ਖਾਧੀ ਤਾਂ ਮੇਰੀ ਜਿਹੜੀ ਸੈਟੀਸਫੈਕਸ਼ਨ ਲੈਵਲ ਸੀਗਾ ਉਹ 20 ਤੋਂ ਜਾਣੀ ਕਿ ਘੱਟ ਜਾਣ ਕੇ ਮੰਨ ਲਓ 18 ਕੁ ਹੋਈ। ਤਾਂ ਹੁਣ ਮੇਰਾ 15 ਤੇ 18 ਦੇ ਵਿੱਚ ਕਿੰਨਾ ਫਰਕ ਆਇਆ 3 ਦਾ, ਜਾਣੀ ਕਿ ਮੈਂ ਜਦੋਂ ਉਹਦੀ ਐਡੀਸ਼ਨਲ ਯੂਨਿਟ ਕੰਜ਼ਿਊਮ ਕੀਤੀ ਤਾਂ ਉਹ ਤੋਂ ਮਿਲਣ ਵਾਲੀ ਸੈਟੀਸਫੈਕਸ਼ਨ ਕੀ ਆ ਉਹ ਹੋਰ ਘਟ ਗਈ। ਕਿੰਨੀ ਘਟ ਗਈ, ਹੁਣ ਉਹ 5 ਤੋਂ ਕਿੰਨੀ ਹੋ ਗਈ 5 ਤੋਂ ਡਾਇਰੈਕਟਲੀ 3 ਤੇ ਪਹੁੰਚ ਗਈ, ਕਿਉਂਕਿ ਮੈਨੂੰ ਹੁਣ ਉਹ ਚੀਜ਼ ਪਰ ਵਧੀਆ ਲੱਗ ਰਹੀ ਹੈ ਕਿਉਂਕਿ ਮੈਂ ਪੋਜ਼ਿਟਿਵ ਚੱਲ ਰਿਹਾ। ਜਦੋਂ ਤੱਕ ਤੁਹਾਡੀ ਮਾਰਜਨਲ ਯੂਟਿਲਿਟੀ ਦੀ ਕਵ ਆ ਜਿਹੜੀ ਆ ਇੱਥੇ ਤੱਕ ਜਿਹੜਾ 5 ਆ ਇੱਥੇ ਤੱਕ ਜਿਹੜੀ ਆ ਉਹ ਪੋਜ਼ਿਟਿਵ ਆ, ਜਾਣੀ ਕਿ ਤੁਸੀਂ ਉਹ ਚੀਜ਼ ਨੂੰ ਕੰਜ਼ਿਊਮ ਕਰਦੇ ਹੀ ਰਹੋਗੇ। ਇਹ ਫੈਕਟ ਆ, ਚਾਹੇ ਤੁਸੀਂ ਇਹਨੂੰ ਅਜ਼ਮਾ ਵੀ ਸਕਦੇ ਹੋ ਕਿਤੇ ਵੀ ਚੀਜ਼ ਦੇ ਉੱਤੇ। ਜਦੋਂ ਤੱਕ ਤੁਹਾਨੂੰ ਉਸ ਚੀਜ਼ ਦਾ ਪ੍ਰਾਈਸ ਤੇ ਤੁਹਾਡੀ ਯੂਟਿਲਿਟੀ ਸਿਮਿਲਰ ਰਹੇਗੀ ਤਾਂ ਤੁਸੀਂ ਉਸ ਚੀਜ਼ ਨੂੰ ਖਰੀਦਦੇ ਰਹੋਗੇ। ਇੱਕ ਟਾਈਮ ਆਏਗਾ ਜਦੋਂ ਤੁਹਾਨੂੰ ਉਹ ਤੋਂ ਮਨ ਅੱਕ ਜਾਏਗਾ ਤਾਂ ਤੁਸੀਂ ਉਹਨੂੰ ਖਰੀਦ ਵੀ ਨਹੀਂ ਸਕਦੇ, ਚਾਹੇ ਉਹ ਜਿੰਨੀ ਮਰਜ਼ੀ ਸਸਤੀ ਹੋਵੇ ਤੁਹਾਨੂੰ ਉਹ ਚੀਜ਼ ਵਧੀਆ ਨਹੀਂ ਲੱਗਣੀ। ਠੀਕ ਹੈ ਜੀ। ਨੈਕਸਟ ਦੇਖੋ, ਜਦੋਂ 4 ਯੂਨਿਟ ਕੰਜ਼ਿਊਮ ਕੀਤੀ ਤਾਂ ਤੁਹਾਡੀ 20 ਹੋ ਗਈ, ਤਾਂ ਹੁਣ 18 ਤੇ 20 ਦੇ ਵਿੱਚ ਕਿੰਨੇ ਦਾ ਫਰਕ ਆ 2, ਜਾਣੀ ਕਿ ਤੁਸੀਂ ਬਾਰ-ਬਾਰ ਜਿੰਨੀ ਚੀਜ਼ਾਂ ਵਧਾਈ ਜਾਓਗੇ ਤਾਂ ਤੁਹਾਡੀ ਸੈਟੀਸਫੈਕਸ਼ਨ ਲੈਵਲ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਏਗੀ ਤੇ ਮਾਰਜਨਲ ਯੂਟਿਲਿਟੀ ਵੀ ਨੀਚੇ ਨੂੰ ਜਾਣ ਲੱਗ ਜਾਏਗੀ। ਇੱਕ ਟਾਈਮ ਆਏਗਾ ਜਦੋਂ ਤੁਸੀਂ ਇੱਕ 5ਵੀਂ ਯੂਨਿਟ ਕੰਜ਼ਿਊਮ ਕੀਤੀ ਤਾਂ ਉਹ ਫਿਰ 20 ਹੋ ਗਈ। 20 ਦਾ ਮਤਲਬ ਕੀ ਹੋ ਗਿਆ ਵੀ ਹੁਣ ਤੁਹਾਡੀ ਵੀ ਜਿੰਨਾ ਤੁਸੀਂ ਪ੍ਰਾਈਸ ਦਿੱਤਾ ਉਸ ਚੀਜ਼ ਦਾ ਤੇ ਜਿੰਨਾ ਉਹਨੂੰ ਤੁਹਾਨੂੰ ਯੂਜ਼ ਕਰਕੇ ਸੈਟੀਸਫੈਕਸ਼ਨ ਮਿਲਦੀ ਆ 0 ਹੋ ਗਈ, ਜਾਣੀ ਕਿ ਹੁਣ ਤੁਸੀਂ ਕੀ ਆ ਉਸ ਚੀਜ਼ ਨੂੰ ਖਰੀਦਣਾ ਬੰਦ ਕਰ ਸਕਦੇ ਹੋ ਕਿਉਂਕਿ ਹੁਣ ਤੁਹਾਨੂੰ ਉਹ ਤੋਂ ਮਿਲਣ ਵਾਲੀ ਸੈਟੀਸਫੈਕਸ਼ਨ ਬਰਾਬਰ ਆ ਜਿੰਨੇ ਤੁਸੀਂ ਪੈਸੇ ਦਿੱਤੇ। ਤੇ ਲਾਸਟ ਦੇ ਵਿੱਚ ਜਦੋਂ ਤੁਸੀਂ ਇੱਕ ਹੋਰ ਚੀਜ਼ ਕੰਜ਼ਿਊਮ ਕੀਤੀ ਤਾਂ ਹੁਣ ਉਹ 20 ਤੋਂ ਘੱਟ ਕੇ ਕਿੰਨੇ ਤੇ ਆ ਗਈ 18 ਤੇ ਆ ਗਈ, ਤਾਂ ਹੁਣ ਤੁਹਾਡੀ ਕੀ ਆ ਸਲੋਪ ਨੈਗੇਟਿਵ ਹੋ ਗਈ। ਇਸ ਦਾ ਮਤਲਬ ਕੀ ਆ ਹੁਣ ਤੁਸੀਂ ਉਹ ਚੀਜ਼ ਖਰੀਦਣਾ ਬੰਦ ਕਰ ਦੋਗੇ ਤੇ ਹੁਣ ਕਹੋਗੇ ਮੈਂ ਨਹੀਂ ਹੁਣ ਇਹ ਚੀਜ਼ ਖਰੀਦਣੀ। ਕਿਉਂ? ਕਿਉਂਕਿ ਉਹ ਤੋਂ ਮਿਲਣ ਵਾਲੀ ਜਿਹੜੀ ਸੈਟੀਸਫੈਕਸ਼ਨ ਆ ਉਹ ਘਟਣੀ ਸ਼ੁਰੂ ਹੋ ਗਈ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਨੈਕਸਟ ਹੈ ਸਾਡੇ ਕੋਲ ਇਕੁਇਰੀ ਮਾਰਜਨਲ ਯੂਟਿਲਿਟੀ, ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ। ਹੁਣ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਪੂਰਾ ਬੇਸਡ ਆ ਸਾਡੀ ਇਸ ਤੇ ਹੀ ਡਾਇਗਰਾਮ ਦੇ ਉੱਤੇ। ਇਸ ਡਾਇਗਰਾਮ ਦੇ ਵਿੱਚ ਅਸੀਂ ਕੀ ਕੀਤਾ ਵੀ ਜਿਵੇਂ ਜਿਵੇਂ ਅਸੀਂ ਆਪਣੀ ਟੋਟਲ ਯੂਟਿਲਿਟੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਜਿਵੇਂ ਅਸੀਂ ਚੀਜ਼ਾਂ ਨੂੰ ਕੰਜ਼ਿਊਮ ਕੀਤਾ ਤਾਂ ਉਹਦੀ ਜਿਹੜੀ ਸੈਟੀਸਫੈਕਸ਼ਨ ਆ ਉਹ ਕੀ ਆ ਵਧੀ ਜ਼ਰੂਰ ਆ। ਟੋਟਲ ਯੂਟਿਲਿਟੀ ਇਹ ਯਾਦ ਰੱਖਣਾ, ਟੋਟਲ ਯੂਟਿਲਿਟੀ ਵਧੀ ਆ। ਟੋਟਲ ਯੂਟਿਲਿਟੀ ਕਿਵੇਂ ਵੱਧਦੀ ਆ ਵੀ ਜਿਹੜੀ ਅਸੀਂ ਪ੍ਰੀਵੀਅਸ ਜਿਵੇਂ ਮੈਂ 15 ਖਰੀਦ ਰਿਹਾ ਸੀ ਤਾਂ ਮੇਰੀ ਮਾਰਜਨਲ ਯੂਟਿਲਿਟੀ ਕਿੰਨੀ ਵਧੀ ਸੀ 3 ਵਧੀ ਸੀ। ਜਦੋਂ ਮੈਂ ਐਡ ਕਰ ਦੂੰਗਾ ਤਾਂ ਟੋਟਲ ਯੂਟਿਲਿਟੀ ਬਣ ਜਾਏਗੀ। ਤਾਂ ਮੈਂ ਜਿਹੜਾ ਟੋਟਲ ਯੂਟਿਲਿਟੀ ਇਸ ਤਰੀਕੇ ਨਾਲ ਇਨਕਰੀਜ਼ ਕਰਦਾ ਰਿਹਾ। ਤਾਂ ਹੁਣ ਇਹਦੇ ਵਿੱਚ ਗੱਲ ਕਰਦੇ ਹਾਂ ਮਾਰਜਨਲ ਯੂਟਿਲਿਟੀ ਦਾ ਲਾਅ ਕੀ ਕਹਿੰਦਾ ਵਾ। ਕਹਿੰਦਾ the law of diminishing marginal utility explain that the person consume an item or a product, their satisfaction and their utility that they derive from to the product wanes as that consume more and more of that product. For example, ਵੀ marginal utility diminishing law ਇਹ ਸਾਨੂੰ ਇਹ ਸਮਝਾਉਂਦਾ ਵਾ ਵੀ ਕੰਜ਼ਿਊਮਰ ਉਦੋਂ ਤੱਕ ਉਸ ਚੀਜ਼ ਨੂੰ ਖਰੀਦਦਾ ਰਹੇਗਾ ਜਾਂ ਉਹਦੇ ਉੱਤੇ ਚੱਲਦਾ ਰਹੇਗਾ ਜਦੋਂ ਤੱਕ ਉਹਨੂੰ ਉਹ ਤੋਂ ਮਿਲਣ ਵਾਲੀ ਸੈਟੀਸਫੈਕਸ਼ਨ 0 ਦੇ ਬਰਾਬਰ ਮਿਲਦੀ ਰਹੇਗੀ। ਐਗਜ਼ਾਮਪਲ ਦਿੱਤੀ ਆ, ਐਨ ਇੰਡੀਵਿਜੂਅਲ ਮਾਈਟ ਟੂ ਬੀ ਅ ਬਾਏ ਦੀ ਸਰਟਨ ਟਾਈਪਸ ਆਫ ਟੂ ਦੀ ਚਾਕਲੇਟ from to their bile soon that may be a buy less or choice another types of to their chocolate buy to their cookies instead because their satisfaction from to their initial getting from to their chocolate is a diminishing। ਕਹਿੰਦੇ ਵੀ ਇਹਦੇ ਵਿੱਚ ਚਾਕਲੇਟ ਖਾ ਰਹੇ ਹੋ ਤੁਸੀਂ, ਚਾਹੇ ਤੁਸੀਂ ਚਾਕਲੇਟ ਦਾ ਡਿਫਰੈਂਟ ਟੇਸਟ ਯਾਨੀ ਕਿ ਡਿਫਰੈਂਟ ਪ੍ਰੋਡਕਟ ਯੂਜ਼ ਕਰ ਲਓ, ਪਰ ਜੇਕਰ ਤੁਸੀਂ ਬਾਰ-ਬਾਰ ਚਾਕਲੇਟ ਖਾਂਦੇ ਰਹੋਗੇ ਤਾਂ ਤੁਹਾਨੂੰ ਉਹ ਤੋਂ ਮਿਲਣ ਵਾਲੀ ਸੈਟੀਸਫੈਕਸ਼ਨ ਹਮੇਸ਼ਾ ਇਨੀਸ਼ੀਅਲ ਲੈਵਲ ਤੋਂ ਉਹ ਘਟਦੀ ਰਹੇਗੀ। ਯਾਨੀ ਕਿ ਸ਼ੁਰੂ ਦੇ ਵਿੱਚ ਜੇਕਰ ਤੁਹਾਨੂੰ 5 ਮਾਰਜਨ ਯੂਟਿਲਿਟੀ ਮਿਲ ਰਹੀ ਸੀ ਤਾਂ ਜੇਕਰ ਤੁਸੀਂ ਉਹਦੀ 2 ਜਾਂ 3 ਯੂਨਿਟ ਕੰਜ਼ਿਊਮ ਕਰੋਗੇ ਤਾਂ ਓਬਵੀਅਸ ਆ ਵੀ ਉਹ ਘਟੇਗੀ, 5 ਤੋਂ ਹਮੇਸ਼ਾ ਲੋਅਰ ਦੈਨ ਹੀ ਰਹੇਗੀ। ਨੈਕਸਟ ਹੈਗਾ ਵਾ in the economics the law of diminishing marginal utility states that the marginal utility of to the goods and services decline as it's available to the supply of increase। ਕਹਿੰਦੇ ਵੀ ਇਹਦੇ ਵਿੱਚ ਇਕਨੋਮਿਕਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ law of diminishing marginal utility ਕੀ ਆ, ਉਹ ਹਮੇਸ਼ਾ ਗੁੱਡਸ ਐਂਡ ਸਰਵਿਸਿਜ਼ ਕੀ ਹੋਣਗੀਆਂ ਉਹ ਘਟਣੀਆਂ ਸ਼ੁਰੂ ਹੋਣਗੀਆਂ। ਕਿਉਂ? ਕਿਉਂਕਿ ਜਿਹੜੀ ਸਾਡਾ ਇਕਨੋਮਿਕ ਇਨਕਰੀਜ਼ ਇਨ ਇਕਨੋਮਿਕ ਐਕਟਰਸ ਡਿਵੋਟਸ ਦੈਟ ਟੂ ਦੀ ਸਕਸੈਸਿਵ
ਯੂਨਿਟਸ ਆਫ ਟੂ ਦੀਆਂ ਗੁੱਡਸ ਐਂਡ ਸਰਵਿਸ ਟੂਵਰਡਸ ਲੈਸ ਐਂਡ ਲੈਸ ਵੈਲਿਊਡ ਐਂਟਡ। ਕਹਿੰਦੇ ਵੀ ਇਹਦੇ ਵਿੱਚ ਕੀ ਆ ਵੀ ਜਿਵੇਂ ਬਾਰ-ਬਾਰ ਤੁਸੀਂ ਉਹ ਚੀਜ਼ ਨੂੰ ਖਾਂਦੇ ਰਹੋਗੇ, ਚਾਹੇ ਉਹਦੀ ਸਪਲਾਈ ਸਾਡੀ ਵੱਧਦੀ ਰਹੇ, ਪਰ ਫਿਰ ਵੀ ਜਦੋਂ ਤੱਕ ਤੁਸੀਂ ਉਹ ਚੀਜ਼ ਨੂੰ ਬਾਰ-ਬਾਰ ਕੰਜ਼ਿਊਮ ਕਰੀ ਜਾਓਗੇ ਤਾਂ ਉਹ ਤੋਂ ਮਿਲਣ ਵਾਲੀ ਸੈਟਿਸਫੈਕਸ਼ਨ ਕੀ ਆ, ਉਹ ਘਟਣੀ ਸ਼ੁਰੂ ਹੁੰਦੀ ਰਹੇਗੀ ਅਤੇ ਅਖੀਰ ਦੇ ਵਿੱਚ ਅਜਿਹਾ ਟਾਈਮ ਆਏਗਾ ਵੀ ਤੁਹਾਡੀ ਉਹ ਘਟ ਕੇ ਜ਼ੀਰੋ ਵੀ ਹੋ ਸਕਦੀ ਆ। ਤਾਂ ਇਹ ਫਿਨੋਮੀਨਾ ਕੀ ਆ, ਟਾਈਮ ਪ੍ਰੈਫਰੈਂਸ ਦੇ ਉੱਤੇ ਵੀ ਚੱਲਦਾ ਵਾ ਵੀ ਤੁਸੀਂ ਕੀ ਆ ਟਾਈਮ ਨੂੰ ਵੀ ਦੇਖਦੇ ਹੋ ਵੀ ਇਹ ਸਾਨੂੰ ਕਿੰਨਾ ਟਾਈਮ ਉਹ ਚੀਜ਼ ਨੂੰ ਖਾਧੇ ਨੂੰ ਹੋ ਗਿਆ। ਮੰਨ ਲਓ ਵੀ ਤੁਸੀਂ ਅੱਜ 1 ਯੂਨਿਟ ਖਾਧੀ ਅਤੇ ਉਦੋਂ ਬਾਅਦ ਤੁਸੀਂ ਜਿਹੜੀ ਯੂਨਿਟ ਕੰਜ਼ਿਊਮ ਕੀਤੀ ਉਹ 3 ਦਿਨ ਬਾਅਦ ਕੀਤੀ, ਤਾਂ ਲਾਅ ਆਫ ਮਾਰਜਨਲ ਯੂਟਿਲਿਟੀ ਲੱਗੇਗਾ ਨਹੀਂ। ਕਿਉਂ ਨਹੀਂ ਲੱਗੇਗਾ? ਕਿਉਂਕਿ ਇਹ ਉਦੋਂ ਹੀ ਲੱਗ ਸਕਦਾ ਜਦੋਂ ਤੁਸੀਂ ਬਾਰ-ਬਾਰ ਉਸ ਚੀਜ਼ ਨੂੰ ਇੱਕੋ ਟਾਈਮ ਦੇ ਉੱਤੇ ਖਾਓਗੇ। ਇਹ ਨਹੀਂ ਹੈਗਾ ਵੀ ਤੁਸੀਂ ਅੱਜ ਖਾਧਾ ਅਤੇ ਤੁਸੀਂ ਫਿਰ ਉਹ 2 ਯੂਨਿਟਾਂ ਤੁਸੀਂ 2 ਸਾਲ ਬਾਅਦ ਖਾਧੀਆਂ ਜਾਂ 3 ਸਾਲ ਬਾਅਦ ਖਾਧੀਆਂ, ਤਾਂ ਉਹਦੇ ਨਾਲ ਤੁਸੀਂ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਮੇਜਰ ਹੀ ਨਹੀਂ ਕਰ ਸਕਦੇ। ਤੁਹਾਨੂੰ ਉਹ ਕੀ ਆ, ਇੱਕ ਸਰਟਨ ਟਾਈਮ ਦੇ ਵਿੱਚ ਉਹ ਚੀਜ਼ਾਂ ਲਗਾਤਾਰ ਕੰਜ਼ਿਊਮ ਕਰੋਗੇ ਤਾਂ ਉਸ ਚੀਜ਼ ਤੋਂ ਅੱਕੋਗੇ। ਤੁਸੀਂ ਇਹ ਚੀਜ਼ ਨੂੰ ਆਪ ਵੀ ਪ੍ਰੈਕਟੀਕਲ ਕਰ ਸਕਦੇ ਹੋ। ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਉਹਦੇ ਕੀ ਆ 5 ਜਾਂ 6 ਆਰਡਰ ਦਿਓ ਅਤੇ ਉਹਨੂੰ ਵਾਰ-ਵਾਰ ਖਾਓਗੇ ਤਾਂ ਤੁਸੀਂ ਇੱਕ ਟਾਈਮ ਆਏਗਾ ਤੁਸੀਂ ਕਹੋਗੇ ਨਹੀਂ ਜੀ ਹੁਣ ਨਹੀਂ ਖਾਧਾ ਜਾਂਦਾ। ਤਾਂ ਇਸ ਦਾ ਮਤਲਬ ਕੀ ਆ ਵੀ ਤੁਸੀਂ ਉਸ ਲੈਵਲ ਤੱਕ ਖਾਓਗੇ ਜਦੋਂ ਤੱਕ ਤੁਹਾਨੂੰ ਉਹਦੀ ਸੈਟਿਸਫੈਕਸ਼ਨ ਮਿਲਦੀ ਰਹੇਗੀ, ਜਦ ਤੱਕ ਉਹ ਜ਼ੀਰੋ ਰਹੇਗੀ। ਜਦੋਂ ਜ਼ੀਰੋ ਤੋਂ ਨੈਗੇਟਿਵ ਹੋਣ ਲੱਗ ਗਈ ਫਿਰ ਤੁਸੀਂ ਉਹ ਚੀਜ਼ ਨੂੰ ਇਨਫ ਕਰ ਦੋਗੇ, ਨਹੀਂ ਜੀ ਮੇਰੇ ਤੋਂ ਨਹੀਂ ਹੁਣ ਖਾਧਾ ਜਾਂਦਾ। ਤਾਂ ਇਹ ਸੀਗਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ, ਜਿਹੜਾ ਕਿ ਤੁਹਾਡੇ ਪੇਪਰਸ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਆ। ਜਿਵੇਂ ਕਿ ਆ ਐਗਜ਼ਾਮਪਲ ਦਿਖਾਈ ਗਈ ਆ, ਮੈਂ ਐਗਜ਼ਾਮਪਲ ਦੇ ਵਿੱਚ ਐਕਸਪਲੇਨ ਵੀ ਕਰ ਦਿੰਦਾ ਵਾਂ। ਆ ਦੇਖੋ ਟੋਟਲ ਯੂਟਿਲਿਟੀ ਦਿਖਾਈ ਗਈ ਆ। ਪਹਿਲਾਂ ਜਿਹੜੀ ਤੁਸੀਂ ਇੱਕ ਚੀਜ਼ ਯੂਨਿਟ ਕੰਜ਼ਿਊਮ ਕੀਤੀ ਤਾਂ 10, ਫਿਰ 18, ਫਿਰ 24, ਫਿਰ 28, ਫਿਰ 30, ਫਿਰ 30, ਫਿਰ 29, 28। ਫਿਰ ਮਾਰਜਨਲ ਯੂਟਿਲਿਟੀ ਦੇਖੋ ਕੀ ਸੀਗੀ, ਪਹਿਲੀ ਤੋਂ 10 ਮਿਲੀ, ਦੂਜੀ ਤੋਂ 10 ਅਤੇ 18 ਵਿੱਚ ਕਿੰਨਾ ਫਰਕ ਸੀ 8 ਦਾ, ਫਿਰ 18 ਤੋਂ 24 ਦੇ ਵਿੱਚ 6 ਦਾ, ਫਿਰ 24 ਤੋਂ 28 ਦੇ ਵਿੱਚ 4 ਦਾ, ਫਿਰ 28 ਤੋਂ 30 ਦੇ ਵਿੱਚ 2 ਦਾ, ਫਿਰ 30 ਤੋਂ 30 ਦੇ ਵਿੱਚ 0 ਦਾ, ਅਤੇ 30 ਤੋਂ 28 ਦਾ -2। ਤਾਂ ਇਹ ਸਾਰੇ ਕੀ ਸੀਗੇ ਤੁਹਾਡੇ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ। ਕੀ ਸ਼ੋ ਕਰ ਰਹੀ ਆ ਵੀ ਜਦੋਂ ਤੱਕ ਤੁਸੀਂ ਖਾਈ ਜਾਓਗੇ, ਜਦੋਂ ਤੱਕ ਤੁਹਾਡੀ ਟੋਟਲ ਯੂਟਿਲਿਟੀ ਮੈਕਸਿਮਮ ਹੋਏਗੀ। ਹੁਣ ਮੈਕਸਿਮਮ ਸਾਡੀ ਟੋਟਲ ਯੂਟਿਲਿਟੀ ਕਿੰਨੀ ਆ 30 ਆ। ਜਦੋਂ 30 ਹੋ ਗਈ ਤਾਂ ਇਸ ਦਾ ਮਤਲਬ ਕੀ ਆ, ਤੁਹਾਡੀ ਜਿਹੜੀ ਮਾਰਜਨਲ ਯੂਟਿਲਿਟੀ ਹੋਏਗੀ ਉੱਥੇ ਜ਼ੀਰੋ ਹੋ ਜਾਏਗੀ ਜਦੋਂ ਉਹ ਮੈਕਸਿਮਮ ਹੋਏਗੀ, ਅਤੇ ਜਦੋਂ ਉਹ ਘਟਣੀ ਸ਼ੁਰੂ ਹੋ ਜਾਏਗੀ ਤਾਂ ਇਸ ਦਾ ਮਤਲਬ ਕੀ ਆ, ਨੈਗੇਟਿਵ ਆ। ਤਾਂ ਹੁਣ ਆਹ ਦਿਖਾਇਆ ਜਾ ਰਿਹਾ ਸਲੋਪ ਤੁਹਾਨੂੰ ਮਾਰਜਨਲ ਯੂਟਿਲਿਟੀ ਦਾ। ਆਹ ਦਿਖਾਇਆ ਗਿਆ ਵੀ ਜਿਹੜਾ ABC ਸੀ ਦੇ ਉੱਤੇ ਤੁਹਾਨੂੰ ਕੀ ਦਿਖਾਇਆ ਗਿਆ ਵੀ ਇੱਥੇ ਕੀ ਆ, ਜਿਹੜੀ ਮਿਲਣ ਵਾਲੀ ਸੈਟਿਸਫੈਕਸ਼ਨ ਆ ਉਹ ਕੀ ਆ, ਜ਼ੀਰੋ ਆ। ਜ਼ੀਰੋ ਨਹੀਂ ਸੌਰੀ, ਇੱਥੇ ਕੀ ਆ ਤੁਹਾਡੀ ਜਿਹੜੀ ਮਿਲਣ ਵਾਲੇ ਜਿੰਨੇ ਵੀ ਪੈਸੇ ਨੇ ਉਹ ਕੀ ਆ, ਬਰਾਬਰ ਨੇ ਜਿੰਨੇ ਤੁਸੀਂ ਚੀਜ਼ ਨੂੰ ਕੰਜ਼ਿਊਮ ਕਰ ਰਹੇ ਹੋ। ਅਤੇ ਲਾਸਟ ਦੇ ਵਿੱਚ ਇੱਕ ਜ਼ੀਰੋ ਦਿਖਾਇਆ ਗਿਆ। ਇੱਥੇ ਕੀ ਦਿਖਾਇਆ ਗਿਆ ਵੀ ਜਿਹੜੀ ਤੁਸੀਂ 6ਵੀਂ ਯੂਨਿਟ ਕੰਜ਼ਿਊਮ ਕੀਤੀ ਸੀਗੀ ਉਹ ਤੋਂ ਮਿਲਣ ਵਾਲੀ ਜਿਹੜੀ ਮਾਰਜਨਲ ਯੂਟਿਲਿਟੀ ਸੀ ਉਹ ਜ਼ੀਰੋ ਹੋ ਗਈ, ਅਤੇ ਜਿਹੜੀ ਟੋਟਲ ਯੂਟਿਲਿਟੀ ਸੀਗੀ ਉਹ ਮੈਕਸਿਮਮ ਸੀਗੀ। ਉਸ ਤੋਂ ਬਾਅਦ ਜੇਕਰ ਤੁਸੀਂ 7ਵੀਂ ਯੂਨਿਟ ਕੰਜ਼ਿਊਮ ਕਰਦੇ ਹੋ ਤਾਂ ਉਹ ਨੈਗੇਟਿਵ ਹੋ ਜਾਂਦੀ ਹੈ। ਤਾਂ ਇੱਥੇ ਦਿਖਾਇਆ ਗਿਆ, ਆਹ ਦਿਖਾਇਆ ਗਿਆ, ਤਾਂ ਇਹ ਕੀ ਆ, ਨੈਗੇਟਿਵ ਸ਼ੋ ਹੋ ਗਈ। ਆਈ ਹੋਪ ਤੁਹਾਨੂੰ ਇਹ ਸੈਸ਼ਨ ਜਿਹੜਾ ਵਾ ਉਹ ਸਮਝ ਆਇਆ ਹੋਵੇਗਾ। ਇਹਦੇ ਵਿੱਚ ਅੱਜ ਅਸੀਂ ਗੱਲ ਕੀਤੀਆਂ ਨੇ ਟੋਟਲ ਯੂਟਿਲਿਟੀ ਦੀਆਂ, ਮਾਰਜਨਲ ਯੂਟਿਲਿਟੀ ਦੀਆਂ, ਅਤੇ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਬੜਾ ਈਜ਼ੀ ਕਨਸੈਪਟ ਆ ਅਤੇ ਪ੍ਰੈਕਟੀਕਲ ਕਨਸੈਪਟ ਆ ਬੇਸਡ ਅਪੋਨ ਯੂਅਰ ਡੇਲੀ ਰੂਟੀਨ ਵਰਕਸ। ਸੋ ਤੁਸੀਂ ਇਸ ਚੀਜ਼ ਨੂੰ ਕੰਜ਼ਿਊਮ ਆਪਣੇ ਮਾਈਂਡ ਦੇ ਵਿੱਚ ਰਿਮੈਂਬਰ ਵੀ ਰੱਖ ਸਕਦੇ ਹੋ। ਇਹਦੇ ਜੇ ਗੱਲ ਕਰੀਏ ਵੀ ਇਹਦੇ ਵਿੱਚ ਕੀ ਲਿਖਣਾ ਵਾ ਜਾਂ ਕੀ ਨਹੀਂ ਲਿਖਣਾ ਹੈਗਾ, ਇਹ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈ ਵੀ ਜਿਹੜੀ ਚੀਜ਼ ਮੈਂ ਤੁਹਾਨੂੰ ਇੱਥੇ ਇੰਗਲਿਸ਼ ਦੇ ਵਿੱਚ ਪ੍ਰੈਜ਼ੈਂਟ ਕੀਤੀ ਆ ਤਾਂ ਤੁਸੀਂ ਉਸ ਚੀਜ਼ ਨੂੰ ਕਰ ਸਕਦੇ ਹੋ। ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਈ ਆ ਤਾਂ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ, ਚਾਹੇ ਤੁਸੀਂ ਹਿੰਦੀ, ਚਾਹੇ ਇੰਗਲਿਸ਼, ਚਾਹੇ ਪੰਜਾਬੀ, ਜਿਹੜੀ ਵੀ ਤੁਹਾਨੂੰ ਈਜ਼ੀਲੀ ਸਮਝ ਆਉਂਦੀ ਆ ਤਾਂ ਤੁਸੀਂ ਉਸ ਲੈਂਗੁਏਜ ਦੇ ਵਿੱਚ ਇਹਨਾਂ ਨੂੰ ਲਿਖੋ। ਕਿਉਂਕਿ ਤੁਹਾਡੇ ਬਣਾਏ ਗਏ ਨੋਟਸ ਹੀ ਤੁਹਾਡੇ ਵਰਕ ਦੇ ਵਿੱਚ ਆਉਣਗੇ। ਇਹ ਨਹੀਂ ਹੈਗਾ ਵੀ ਜਿਹੜੀ ਚੀਜ਼ ਮੈਂ ਤੁਹਾਨੂੰ ਲਿਖ ਕੇ ਦੇਤੀ ਜਾਂ ਇੱਥੇ ਮੈਂ ਸ਼ੋਅ ਕਰ ਰਿਹਾ ਸਲਾਈਡਸ ਦੇ ਵਿੱਚ ਤਾਂ ਤੁਸੀਂ ਉਹੀ ਪ੍ਰੋਪਰ ਲਿਖਣੀ ਹੈ। ਇਟਸ ਡਿਪੈਂਡ ਅਪੋਨ ਯੂ। ਬਟ ਜਿਹੜੀ ਡਾਇਗਰਾਮ ਆ ਇਹ ਤੁਸੀਂ ਐਜ਼ ਇਟ ਇਜ਼ ਬਣਾ ਸਕਦੇ ਹੋ, ਕਿਉਂਕਿ ਇਹ ਡਾਇਗਰਾਮ ਇਸ ਤਰੀਕੇ ਦੇ ਉੱਤੇ ਹੀ ਬੇਸਡ ਹੁੰਦੀ ਆ। ਤਾਂ ਤੁਸੀਂ ਇਹ ਡਾਇਗਰਾਮ ਬਿਲਕੁਲ ਬਣਾਉਣੀਆਂ ਨੇ ਕਾਪੀਜ਼ ਦੇ ਉੱਤੇ, ਅਤੇ ਤੁਸੀਂ ਇਹਨਾਂ ਨੂੰ ਨੋਟ ਡਾਊਨ ਕਰ ਸਕਦੇ ਹੋ, ਕਿਉਂਕਿ ਇਹ ਬੜਾ ਈਜ਼ੀ ਕਨਸੈਪਟ ਆ ਅਤੇ ਤੁਹਾਡੇ ਲਈ ਇਹ ਯੂਜ਼ਫੁਲ ਵੀ ਆ +2 ਦੇ ਪੁਆਇੰਟ ਆਫ ਵਿਊ ਦੇ ਨਾਲ, ਅਤੇ ਤੁਹਾਡੇ ਆਉਣ ਵਾਲੇ ਫਿਊਚਰਸ ਦੇ ਨਾਲ। ਅਤੇ ਤੁਹਾਨੂੰ ਪਤਾ ਲੱਗੇਗਾ ਵੀ ਅਸੀਂ ਇਕਨੋਮਿਕਸ ਕਿਉਂ ਪੜ੍ਹਦੇ ਹਾਂ, ਕਿਉਂਕਿ ਇਕਨੋਮਿਕਸ ਸਾਡੀ ਡੇ ਟੂ ਡੇ ਟ੍ਰਾਂਜੈਕਸ਼ਨ ਜਿਹੜੀਆਂ ਅਸੀਂ ਕਰਦੇ ਹਾਂ ਡੇਲੀ ਲਾਈਫ ਦੇ ਨਾਲ ਚੀਜ਼ਾਂ ਰਿਲੇਟ ਕਰਦੀਆਂ ਨੇ, ਉਹਦੇ ਬਾਰੇ ਤੁਹਾਨੂੰ ਪਤਾ ਲੱਗੇਗਾ। ਬਸ ਇਹਦੇ ਵਿੱਚ ਟੈਕਨੀਕਲ ਵਰਡਸ ਥੋੜ੍ਹੇ ਯੂਜ਼ ਕੀਤੇ ਜਾਣਗੇ, ਜਿਵੇਂ ਯੂਟਿਲਿਟੀ, ਸੈਟਿਸਫੈਕਸ਼ਨ ਸਭ ਨੂੰ ਪਤਾ ਸੀ ਕਿਉਂਕਿ ਇਹ ਵਰਕ ਜਿਹੜਾ ਵਾ ਅਸੀਂ ਸਾਰੇ ਨੋਰਮਲੀ ਕਰਦੇ ਹੀ ਕਰਦੇ ਹਾਂ। ਬਟ ਇਹਦੇ ਵਿੱਚ ਸਾਡੇ ਨਾਲ ਥੋੜ੍ਹੀਆਂ ਚੀਜ਼ਾਂ ਐਡ ਡਾਊਨ ਹੋ ਜਾਂਦੀਆਂ ਨੇ, ਤਾਂ ਇਸ ਦੇ ਥੋੜ੍ਹੇ ਟੈਕਨੀਕਲ ਵਰਡਸ ਯੂਜ਼ ਹੋ ਜਾਂਦੇ ਆ, ਬਸ ਹੋਰ ਕੁਛ ਨਹੀਂ। ਬਾਕੀ ਇਕਨੋਮਿਕਸ ਬੜੀ ਈਜ਼ੀ ਆ ਅਤੇ ਤੁਹਾਨੂੰ ਪਤਾ ਲੱਗੇਗਾ ਵੀ ਸਾਡਾ ਜਿਹੜੀ ਗੌਰਮੈਂਟ ਆ ਤਾਂ ਉਹ ਕਿਸ ਤਰੀਕੇ ਨਾਲ ਇਸ ਚੀਜ਼ਾਂ ਦੇ ਉੱਤੇ ਵਰਕ ਕਰਦੀ ਹੈ, ਕਿਸ ਤਰੀਕੇ ਨਾਲ ਇੱਕ ਜਿਹੜਾ ਪ੍ਰੋਡਿਊਸਰ ਆ ਜਾਂ ਸ਼ੌਪਕੀਪਰ ਆ ਉਹ ਆਪਣੀ ਸੇਲ ਨੂੰ ਇਨਕਰੀਜ਼ ਡਿਕਰੀਜ਼ ਕਰਦਾ ਹੈ। ਸਾਰੀ ਚੀਜ਼ਾਂ ਬੇਸਡ ਅਪੋਨ ਇਕਨੋਮਿਕਸ ਆ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ, ਅਤੇ ਸੈਸ਼ਨ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ। ਥੈਂਕਸ ਲੋਟ ਵਾਚਿੰਗ ਫॉर ਮਾਈ ਸੈਸ਼ਨ।